ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੇ ਪਿਆਰੇ ਵਿਦਿਆਰਥੀ ਅਤੇ ਅਧਿਆਪਕ ਸਾਥੀਆਂ ਨੂੰ। ਅੱਜ ਅਸੀਂ 9ਵੀਂ ਕਲਾਸ ਦਾ ਲੈਸਨ ਲੋਕਤੰਤਰ ਅਤੇ ਚੋਣ ਰਾਜਨੀਤੀ ਲੈ ਕੇ ਆਈ ਹਾਂ। ਮੈਂ ਹਾਂ ਡਾਕਟਰ ਬਿੰਦੂ ਕੈਂਥ। ਅੱਜ ਆਪਾਂ ਗੱਲ ਕਰਾਂਗੇ ਲੋਕਤੰਤਰ ਦੀ। ਜਿੱਦਾਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਲੋਕਤੰਤਰ ਦੇ ਵਿੱਚ ਸਰਕਾਰ ਦੀ ਚੋਣ ਲੋਕਾਂ ਦੁਆਰਾ, ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਸਾਰੇ ਹੀ ਆਪਾਂ ਸ਼ੁਰੂ ਤੋਂ ਹੀ ਅਬਰਾਹਮ ਲਿੰਕਨ ਦੀ ਡੈਫੀਨੇਸ਼ਨ ਲੈ ਕੇ ਚੱਲਦੇ ਆ ਰਹੇ ਹਾਂ ਕਿ ਲੋਕਤੰਤਰ ਤੋਂ ਭਾਵ ਲੋਕਾਂ ਦੀ ਸਰਕਾਰ, ਲੋਕਾਂ ਵੱਲੋਂ ਸਰਕਾਰ ਅਤੇ ਲੋਕਾਂ ਲਈ ਸਰਕਾਰ। ਜਿਹਦੇ ਵਿੱਚ ਲੋਕਾਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ, ਉਹਨੂੰ ਲੋਕਤੰਤਰ ਕਿਹਾ ਜਾਂਦਾ ਹੈ। ਹੁਣ ਲੋਕਤੰਤਰ ਦੇ ਵਿੱਚ ਚੋਣ ਪ੍ਰਕਿਰਿਆ ਜਿਹੜੀ ਹੈ, ਚੋਣਾਂ ਦਾ ਕੰਮ ਕੀ ਹੈ, ਚੋਣਾਂ ਕਿਉਂ ਕਰਵਾਈਆਂ ਜਾਂਦੀਆਂ ਆ, ਕਿਉਂ ਇਹ ਬੜਾ ਟੌਪਿਕ ਰੱਖਣਾ ਪਿਆ। ਲੋਕਤੰਤਰ ਦੀ ਮਹੱਤਤਾ ਹੀ ਚੋਣਾਂ ਦੇ ਨਾਲ ਹੈ। ਲੋਕਤੰਤਰ ਦੇ ਵਿੱਚ ਜਦੋਂ ਟਾਈਮ ਟੂ ਟਾਈਮ ਵੋਟਸ ਹੁੰਦੀਆਂ, ਇਲੈਕਸ਼ਨ ਹੁੰਦੇ ਆ, ਚੋਣਾਂ ਦੇ ਨਾਲ ਪਹਿਲੇ ਤਾਂ ਸਭ ਤੋਂ ਪਹਿਲੇ ਲੀਡਰਸ਼ਿਪ ਵਿੱਚ ਪਰਿਵਰਤਨ ਆਉਂਦਾ ਆ। ਦੇਸ਼ ਦੀ ਜਿਹੜੀ ਬਾਗਡੋਰ ਹੈ, ਇੱਕ ਪਾਰਟੀ ਜਾਂ ਇੱਕ ਬੰਦੇ ਦੇ ਹੱਥ ਵਿੱਚ ਨਹੀਂ ਰਹਿੰਦੀ। ਇਹਦੇ ਨਾਲ ਕੀ ਹੈ, ਲੋਕਾਂ ਦਾ ਟੇਸਟ ਜਾਂ ਲੋਕੀ ਕੰਮ ਦੇ ਆਧਾਰ ਦੇ ਉੱਤੇ ਆਪਣੀਆਂ ਸਰਕਾਰਾਂ ਦੀ ਚੋਣ ਕਰਦੇ ਹੈ। ਚਾਹੇ ਆਪਾਂ ਦੇਸ਼ ਦੀ ਗੱਲ ਲੈ ਲਈਏ, ਚਾਹੇ ਅਸੀਂ ਆਪਣੇ ਰਾਜ ਦੀ ਗੱਲ ਲੈ ਲਈਏ, ਵੋਟਾਂ ਦੇ ਨਾਲ ਲੀਡਰਸ਼ਿਪ ਪਰਿਵਰਤਨ ਹੁੰਦਾ ਆ। ਸਰਕਾਰ ਦੀਆਂ ਕਮਜ਼ੋਰੀਆਂ ਦਾ ਪਤਾ ਲੱਗਦਾ ਲੋਕਾਂ ਨੂੰ ਵੀ ਕਿਹੜੀ ਸਰਕਾਰ ਕਿਸ ਮੁੱਦੇ ਦੇ ਉੱਤੇ ਲੋਕਾਂ ਦੇ ਭਲੇ ਦੀ ਗੱਲ ਕਰ ਰਹੀ ਹੈ, ਲੋਕਾਂ ਦੇ ਫਾਇਦੇ ਦੀ ਗੱਲ ਕਰ ਰਹੀ ਹੈ, ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾ ਰਹੀ ਹੈ। ਚੋਣਾਂ ਦੇ ਨਾਲ ਅਸੀਂ ਸਰਕਾਰ ਦੀਆਂ ਕਮਜ਼ੋਰੀਆਂ ਦਾ ਖੰਡਨ ਕਰ ਸਕਦੇ ਹਾਂ, ਸਰਕਾਰ ਦੀਆਂ ਕਮਜ਼ੋਰੀਆਂ ਨੂੰ ਹਾਈਲਾਈਟ ਕਰ ਸਕਦੇ ਹਾਂ। ਚੋਣਾਂ ਦੇ ਨਾਲ ਲੋਕਤੰਤਰ ਦੇ ਵਿੱਚ ਸਰਕਾਰ ਦੀਆਂ ਨੀਤੀਆਂ ਅਤੇ ਨਿਰਣਿਆਂ ਦੇ ਉੱਪਰ ਕੰਟਰੋਲ ਰਹਿੰਦਾ ਆ। ਸਰਕਾਰ ਕੋਈ ਵੀ ਅਜਿਹਾ ਫੈਸਲਾ ਨਹੀਂ ਕਰਦੀ ਜਿਹਦੇ ਨਾਲ ਕਿਸੇ ਵੀ ਪਾਰਟੀ ਨੂੰ, ਚਾਹੇ ਉਹ ਕਾਂਗਰਸ ਪਾਰਟੀ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ, ਆਮ ਆਦਮੀ ਪਾਰਟੀ ਹੈ, ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਹੈ, ਉਹ ਜਿਹੜੀਆਂ ਨੀਤੀਆਂ ਔਰ ਜਿਹੜੇ ਵੀ ਨਿਰਣੇ ਲਊਗੀ ਲੋਕਾਂ ਦੇ ਪੱਖ ਦੇ ਲਊਗੀ। ਔਰ ਸਭ ਤੋਂ ਵੱਡੀ ਗੱਲ ਕਿ ਲੋਕਤੰਤਰ ਦੇ ਵਿੱਚ ਸਾਨੂੰ ਆਪਣੀ ਪਸੰਦ ਦੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਮਿਲ ਜਾਂਦਾ ਆ। ਵੋਟਾਂ ਦੇ ਨਾਲ ਅਸੀਂ ਆਪਣੀ ਮਰਜ਼ੀ ਦੇ ਜਿਹੜੇ ਪ੍ਰਤੀਨਿਧੀ ਆ ਉਹਨਾਂ ਨੂੰ ਚੋਣ ਕਰ ਸਕਦੇ ਹਾਂ। ਵਰਤਮਾਨ ਸਮਾਂ ਜਿਹੜਾ ਲੋਕਤੰਤਰ ਆ, ਪ੍ਰਤੱਖ ਲੋਕਤੰਤਰ ਆ। ਪ੍ਰਤੱਖ ਤੋਂ ਭਾਵ ਵੀ ਅਸੀਂ ਆਪਣੀ ਮਰਜ਼ੀ ਦੇ ਨਾਲ, ਸਿੱਧੇ ਤੌਰ ਦੇ ਉੱਤੇ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੀ ਸ਼ਕਤੀ ਦਾ ਪ੍ਰਯੋਗ ਕਰਕੇ ਆਪਣੀ ਮਰਜ਼ੀ ਦੇ ਪ੍ਰਤੀਨਿਧਾਂ ਦੀ ਚੋਣ ਕਰਦੇ ਹਾਂ। ਜਦੋਂ ਜਿਹੜਾ ਲੋਕਤੰਤਰ ਆ ਉਹਦੇ ਵਿੱਚ ਵੋਟਾਂ ਦੀ ਬਹੁਤ ਮਹੱਤਤਾ ਹੈ। ਹੁਣ ਭਾਰਤ ਦੇ ਵਿੱਚ ਜਿਹੜੀ ਭਾਰਤੀ ਚੋਣ ਪ੍ਰਣਾਲੀ ਹੈ ਉਹਦੀਆਂ ਅਲੱਗ-ਅਲੱਗ ਵਿਸ਼ੇਸ਼ਤਾਵਾਂ ਆ। ਸਾਡੇ ਦੇਸ਼ ਦੇ ਸੰਵਿਧਾਨ ਦਾ ਜਿਹੜਾ 15ਵਾਂ ਅਧਿਆਇ ਆ ਉਹਦੇ ਵਿੱਚ ਧਾਰਾ 324 ਤੋਂ ਲੈ ਕੇ 329 ਤੱਕ ਜਿਹੜੀ ਹੈ ਉਹ ਸਾਰੀਆਂ ਹੀ ਭਾਰਤ ਦੀ ਚੋਣ ਪ੍ਰਣਾਲੀ ਨਾਲ ਸੰਬੰਧ ਰੱਖਦੀਆਂ ਆ। ਭਾਰਤ ਦੀ ਚੋਣ ਪ੍ਰਣਾਲੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕਿਹੜੇ ਅਧਿਕਾਰ ਮਿਲਣੇ ਚਾਹੀਦੇ ਆ, ਇਹ ਸਾਰਾ ਕੁਛ 324 ਤੋਂ 329 ਤੱਕ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਆ। ਭਾਰਤ ਦੇ ਵਿੱਚ ਸਰਵਜਨਕ ਬਾਲਗ ਮਤ ਅਧਿਕਾਰ 1988 ਦੇ ਵਿੱਚ, ਦਸੰਬਰ 1988 ਦੇ ਵਿੱਚ ਇੱਕ ਸੋਧ ਕੀਤੀ ਗਈ ਸੀ, ਜਿਹਦੇ ਵਿੱਚ ਜਿਹੜਾ ਵੀ ਬੱਚਾ, ਚਾਹੇ ਉਹ ਮੁੰਡਾ ਆ, ਚਾਹੇ ਕੁੜੀ ਹੈ, ਮੇਲ ਹੈ, ਫੀਮੇਲ ਹੈ, ਅਮੀਰ ਗਰੀਬ ਜੋ ਵੀ ਹੈ, ਉਹ 18 ਸਾਲ ਦਾ ਬੱਚਾ ਜਿਹੜਾ ਆ ਵੋਟ ਪਾ ਸਕਦਾ ਆ। ਭਾਰਤ ਦੇ ਵਿੱਚ ਇਹ ਦਸੰਬਰ 1988 ਦੇ ਵਿੱਚ ਕੀਤੀ ਗਈ ਸੀ ਇਹ ਸੋਧ। ਇਹਦੇ ਨਾਲ ਕੀ ਹੋਇਆ ਕਿ ਸਾਰੇ ਲੋਕਾਂ ਨੂੰ ਸੰਯੁਕਤ ਚੋਣ ਪ੍ਰਣਾਲੀ ਹੋ ਗਈ। ਇਹਦੇ ਨਾਲ ਕਿਸੇ ਦੇ ਨਾਲ ਵੀ ਜਾਤੀ, ਧਰਮ, ਰੰਗ, ਨਸਲ ਦੇ ਨਾਂ ਦੇ ਉੱਤੇ ਭੇਦਭਾਵ ਨਹੀਂ ਕੀਤਾ ਜਾਊਗਾ। ਜਦੋਂ ਵੀ ਵੋਟਰ ਸੂਚੀ ਬਣਦੀ ਹੈ, ਜਦੋਂ ਤੁਸੀਂ ਹੁਣ 24 ਦੇ ਵਿੱਚ ਵੋਟਾਂ ਹੋਣੀਆਂ ਆਪਣੀਆਂ, ਤਾਂ ਜਦੋਂ ਵੀ ਵੋਟਰ ਸੂਚੀ ਬਣਦੀ ਹੈ ਉਹਦੇ ਵਿੱਚ ਇਹ ਨਹੀਂ ਲਿਖਿਆ ਜਾਂਦਾ ਵੀ ਇੱਕ ਜਾਤੀ ਦੇ ਲੋਕਾਂ ਦੀ ਅਲੱਗ ਵੋਟਰ ਕਾਰਡ ਬਣਨਗੇ, ਸੂਚੀ ਬਣੂਗੀ, ਜਾਂ ਇੱਕ ਧਰਮ ਦੇ ਲੋਕਾਂ ਦੀ ਅਲੱਗ। ਸਾਡੇ ਜਿਹੜੀ ਚੋਣ ਪ੍ਰਣਾਲੀ ਹੈ, ਜਿਹੜੀ ਉਹਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਬਰਾਬਰਤਾ ਦੇ ਅਧਿਕਾਰ ਨੂੰ ਮੰਨਦੇ ਹੋਏ ਬਿਨਾਂ ਜਾਤੀ ਭੇਦਭਾਵ ਤੋਂ, ਰੰਗ ਨਸਲ ਦੇ ਭੇਦਭਾਵ ਤੋਂ ਇੱਕ ਕਾਮਨ ਵੋਟਰ ਸੂਚੀ ਬਣਦੀ ਹੈ, ਜਿਹਦੇ ਵਿੱਚ ਉਸ ਹਲਕੇ ਦੇ ਲੋਕਾਂ ਦੇ ਨਾਮ ਲਿਖੇ ਜਾਂਦੇ ਆ। ਜਿੱਦਾਂ ਤੁਸੀਂ ਕਿਸੇ ਪਿੰਡ ਦੇ ਹੋ, ਜਦੋਂ ਪੰਚਾਇਤੀ ਦੀਆਂ ਵੋਟਾਂ ਪੈਂਦੀਆਂ, ਤੁਸੀਂ ਦੇਖੋ ਤੁਹਾਡੇ ਸਾਰੇ ਪਿੰਡ ਦੇ ਲੋਕਾਂ ਦੇ ਨਾਮ ਹੋਣਗੇ ਜਿਹੜੇ 18 ਸਾਲ ਤੋਂ ਉੱਪਰ ਦੀ ਉਮਰ ਦੇ ਆ।
चाहे फिर वो कुड़ी है, चाहे मुंडा आ, चाहे कोई सियाणे बंदे हो गए आ, चाहे बजुर्ग आ, चाहे वो अमीर है गरीब आ, ਜਿਹੜੇ ਮਰਜ਼ੀ ਉਹ ਨਸਲ ਦੇ, ਜਿਹੜੇ ਮਰਜ਼ੀ ਉਹ ਤਬਕੇ ਦੇ ਲੋਕ ਆ, ਉਹਨਾਂ ਸਾਰਿਆਂ ਦਾ ਨਾਮ ਇਸ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਅਗਲੀ ਵਿਸ਼ੇਸ਼ਤਾ ਜਿਹੜੀ ਹੈ, ਸਾਡੇ ਦੇਸ਼ ਵਿੱਚ ਪ੍ਰਤੱਖ ਤੇ ਅਪ੍ਰਤੱਖ ਦੋ ਤਰੀਕਿਆਂ ਦੇ ਨਾਲ ਵੋਟਾਂ ਹੁੰਦੀਆਂ ਆ। ਪ੍ਰਤੱਖ ਚੋਣ ਪ੍ਰਣਾਲੀ ਉਹ ਹੁੰਦੀ ਹੈ ਜਿਹਦੇ ਵਿੱਚ ਅਸੀਂ ਆਪ ਜਾ ਕੇ, ਪ੍ਰਤੱਖ ਹੋ ਕੇ ਆਪ ਜਾ ਕੇ ਵੋਟਿੰਗ ਬੂਥ ਦੇ ਉੱਪਰ ਜਾਂਦੇ ਹਾਂ, ਜਿੱਥੇ ਪੁਲਿਸ ਸਟੇਸ਼ਨ ਬਣਿਆ ਹੁੰਦਾ, ਉੱਥੇ ਜਾ ਕੇ ਅਸੀਂ ਆਪਣੀ ਵੋਟ ਪਾਉਂਦੇ ਹਾਂ। ਉਹਨੂੰ ਕਹਿੰਦੇ ਆ ਪ੍ਰਤੱਖ ਚੋਣ ਪ੍ਰਣਾਲੀ। ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਜਿਹੜੀਆਂ ਉਹ ਪ੍ਰਤੱਖ ਵਿਧੀ ਨਾਲ ਹੁੰਦੀਆਂ। ਜੇ ਅਸੀਂ ਪਿੰਡ ਦੇ ਵਿੱਚ ਕੋਈ ਸਰਪੰਚ ਚੁਣਨਾ, ਉਹ ਵੀ ਪ੍ਰਤੱਖ ਚੋਣ ਪ੍ਰਣਾਲੀ ਨਾਲ। ਜੇ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨਾ, ਉਹ ਵੀ ਪ੍ਰਤੱਖ ਚੋਣ ਪ੍ਰਣਾਲੀ ਨਾਲ। ਨਗਰ ਪਾਲਿਕਾ ਦੀਆਂ, ਨਗਰ ਨਿਗਮ ਦੀਆਂ, ਇਹ ਸਾਰੀਆਂ ਹੀ ਵੋਟਾਂ ਜਿਹੜੀਆਂ ਆ ਉਹ ਪ੍ਰਤੱਖ ਵਿਧੀ ਨਾਲ ਹੁੰਦੀਆਂ ਆ। ਲੋਕ ਸਭਾ ਦੀਆਂ ਵੋਟਾਂ ਵੀ ਪ੍ਰਤੱਖ ਵਿਧੀ ਨਾਲ ਹੁੰਦੀਆਂ ਆ। ਅਪ੍ਰਤੱਖ ਚੋਣ ਪ੍ਰਣਾਲੀ ਸਿਰਫ ਜਿੱਥੇ ਸਾਡੇ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਦੀ ਗੱਲ ਆਉਂਦੀ ਹੈ, ਉੱਥੇ ਅਪ੍ਰਤੱਖ ਤਰੀਕੇ ਦੇ ਨਾਲ ਵੋਟ ਪੈਂਦੀ ਹੈ। ਉੱਥੇ ਅਸੀਂ ਨਹੀਂ ਜਾਂਦੇ, ਸਾਡੇ ਚੁਣੇ ਹੋਏ ਨੁਮਾਇੰਦੇ ਜਿਹੜੇ ਆ ਉਹ ਸਾਡੇ ਬੇਸ ਦੇ ਉੱਪਰ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੈ। ਪੰਜਵਾਂ ਪੁਆਇੰਟ ਜਿਹੜਾ ਆਉਂਦਾ ਉਹ ਹੈਗਾ ਸਾਡਾ ਗੁਪਤ ਮਤਦਾਨ। ਜਦੋਂ ਵੀ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ, ਜਿੱਦਾਂ ਰਾਜਸਥਾਨ ਦੇ ਵਿੱਚ ਅੱਜ ਵੋਟਾਂ ਹੋ ਰਹੀਆਂ ਹੈ, ਤਾਂ ਉੱਥੇ ਕੀ ਹੈ, ਗੁਪਤ ਮਤਦਾਨ ਪ੍ਰਣਾਲੀ ਹੈ। EVM ਮਸ਼ੀਨ ਇੱਕ ਅਲੱਗ ਜਗ੍ਹਾ ਦੇ ਉੱਤੇ ਰੱਖੀ ਹੁੰਦੀ ਹੈ, ਪਰਦਾ ਕੀਤਾ ਹੁੰਦਾ ਉੱਥੇ, ਅਤੇ ਉੱਥੇ ਸਿਰਫ ਵੋਟ ਪਾਉਣ ਵਾਲਿਆਂ ਨੂੰ ਪਤਾ ਹੁੰਦਾ ਵੀ ਮੈਂ ਕਿਹੜੀ ਪਾਰਟੀ ਨੂੰ ਵੋਟ ਪਾਈ ਹੈ। ਇਸ ਕਰਕੇ ਇਹਨੂੰ ਗੁਪਤ ਮਤਦਾਨ ਪ੍ਰਣਾਲੀ ਕਹਿੰਦੇ। ਸਾਡੇ ਦੇਸ਼ ਦੇ ਵਿੱਚ ਸੀਟਾਂ ਰਾਖਵੀਆਂ ਦੀ ਵਿਵਸਥਾ ਵੀ ਕੀਤੀ ਗਈ ਹੈ। 330 ਧਾਰਾ ਜਿਹੜੀ ਹੈ ਉਹਦੇ ਵਿੱਚ ਲੋਕ ਸਭਾ, ਰਾਜ ਵਿਧਾਨ ਸਭਾ, ਠੀਕ ਹੈ, ਇਹਦੇ ਰਾਹੀਂ SC ST ਔਰ OBC ਕੈਟਾਗਰੀ ਦੇ ਲੋਕਾਂ ਲਈ ਵੀ ਸੀਟਾਂ ਦੀ, ਰਾਖਵੀਆਂ ਸੀਟਾਂ ਦੀ ਵਿਵਸਥਾ ਕੀਤੀ ਗਈ ਹੈ। ਧਾਰਾ 330 ਦੇ ਵਿੱਚ ਲੋਕ ਸਭਾ ਦੀਆਂ, 332 ਧਾਰਾ ਜਿਹੜੀ ਹੈ ਉਹ ਰਾਜ ਵਿਧਾਨ ਸਭਾ ਦੀਆਂ, ਜਦੋਂ MLA ਦੀਆਂ ਵੋਟਾਂ ਹੁੰਦੀਆਂ ਉਹਦੇ ਵਿੱਚ, ਅਤੇ 73ਵੀਂ ਸੋਧ ਰਾਹੀਂ SC ST ਔਰ OBC ਵਾਸਤੇ ਇਹ ਕੁਛ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਉਹਨਾਂ ਦੀ ਪਾਪੂਲੇਸ਼ਨ ਦੇ ਆਧਾਰ 'ਤੇ। ਭਾਰਤ ਦੇ ਵਿੱਚ ਵੋਟਾਂ ਦਾ ਜਿਹੜਾ ਰਿਜ਼ਲਟ ਆ ਉਹ ਕਿੱਦਾਂ ਕੱਢਿਆ ਜਾਂਦਾ ਆ, ਬਹੁਮਤ ਦੇ ਆਧਾਰ 'ਤੇ। ਜਿੱਦਾਂ ਬੇਟੇ ਤੁਸੀਂ ਕਲਾਸਾਂ ਦੇ ਵਿੱਚ ਫਸਟ ਕਿਹਨੂੰ ਕੱਢਿਆ ਜਾਂਦਾ, ਜਿਹਦੇ ਨੰਬਰ ਜ਼ਿਆਦਾ ਆ। ਉਸੇ ਤਰ੍ਹਾਂ ਰਾਜਨੀਤੀ ਦੇ ਵਿੱਚ ਜਿਹੜੀ ਪਾਰਟੀ ਨੇ ਵੋਟਾਂ ਸਭ ਤੋਂ ਜ਼ਿਆਦਾ ਲਈਆਂ ਹੁੰਦੀਆਂ, ਜਿਹਨੇ ਆਪਣਾ ਬਹੁਮਤ ਸਿੱਧ ਕਰ ਦਿੱਤਾ ਹੁੰਦਾ ਆ, ਉਹ ਪਾਰਟੀ ਕੀ ਹੈ, ਆਪਣੀ ਸਰਕਾਰ ਬਣਾਉਂਦੀ ਹੈ। ਤਾਂ ਜਿਹੜੀ ਪਾਰਟੀ ਦਾ ਬਹੁਮਤ ਕਲੀਅਰ ਹੋ ਜਾਂਦਾ ਆ, ਉਹਨੂੰ ਫਿਰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਂਦਾ, ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਂਦਾ ਆ। ਸਾਡੇ ਦੇਸ਼ ਦੀ ਸਭ ਤੋਂ ਵੱਡੀ ਜਿਹੜਾ ਇਹ ਲੇਟੈਸਟ 2013 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਆਰਡਰ ਦਿੱਤਾ ਸੀਗਾ, ਇੱਕ ਕਾਨੂੰਨ ਪਾਸ ਹੋਇਆ ਸੀ, ਜਿਹਦੇ ਵਿੱਚ ਦੇਸ਼ ਦੇ ਨਾਗਰਿਕਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਵੀ ਉਹ ਸਾਰੇ ਹੀ ਅਧਿਕਾਰੀਆਂ ਨੂੰ ਰਿਜੈਕਟ ਕਰ ਸਕਦੇ ਹੈ। ਜਿੱਦਾਂ ਨੋਟਾ, ਇਹਦੇ ਵਾਸਤੇ ਇੱਕ ਨੋਟਾ ਵਰਡ ਆਇਆ ਸੀ, ਨਨ ਆਫ ਦਾ ਅਬਵ, ਵੀ ਇਹ ਜਿਹੜੇ EVM ਮਸ਼ੀਨ ਪਈ ਹੈ ਇਹਦੇ ਵਿੱਚ ਜਿੰਨੀਆਂ ਪਾਰਟੀਆਂ ਦੇ ਨਾਮ ਹੈਗੇ ਆ, ਸਮਝ ਲਓ 10 ਪਾਰਟੀਆਂ ਦੇ ਚੋਣ ਨਿਸ਼ਾਨ ਲੱਗੇ ਹੋਏ ਆ, ਕਿਸੇ ਇੱਕ ਕੈਂਡੀਡੇਟ ਨੂੰ ਕੋਈ ਵੀ ਪਾਰਟੀ ਪਸੰਦ ਨਹੀਂ ਤਾਂ ਉਹ ਨੋਟਾ ਦਾ ਬਟਨ ਪ੍ਰੈਸ ਕਰ ਸਕਦਾ ਆ। ਭਾਵ ਨਾਗਰਿਕਾਂ ਨੂੰ ਇਹ ਵੀ ਅਧਿਕਾਰ ਆ ਵੀ ਉਹ ਸਰਕਾਰ ਪ੍ਰਤੀ ਆਪਣਾ ਰੋਸ਼ ਜਿਹੜਾ ਆ ਉਹ ਨੋਟਾ ਦਾ ਬਟਨ ਪ੍ਰੈਸ ਕਰਕੇ ਜ਼ਾਹਰ ਕਰ ਸਕਦੇ ਆ। ਠੀਕ ਹੈ ਜੀ। ਔਰ ਇਹ ਬੜਾ ਨੋਟਾ ਜਿਹੜਾ ਵਰਡ ਹੈ, 1 ਨੰਬਰ ਦਾ ਕੁਐਸਚਨ ਕਈ ਵਾਰੀ ਆ ਜਾਂਦਾ। ਸੋ ਮੇਰੀ ਅਧਿਆਪਕ ਸਾਹਿਬਾਨ ਨੂੰ ਬੇਨਤੀ ਹੈ ਕਿ ਜੇ ਬੱਚੇ ਜਿਹੜੇ ਦੇਖ ਰਹੇ ਆ ਮੇਰਾ ਲੈਕਚਰ, ਉਹ ਨੋਟਾ ਦੀ ਇਹ ਫਾਰਮ ਨੂੰ ਆਪਣੀ ਕਾਪੀਜ਼ 'ਤੇ ਨੋਟ ਕਰ ਲੈਣ। ਚੋਣ ਆਯੋਗ ਚੋਣਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ, ਚੋਣਾਂ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਵੋਟਾਂ ਪੈਂਦੀਆਂ ਆ। ਸੰਸਦ ਦੀਆਂ ਵੋਟਾਂ, ਰਾਜ ਵਿਧਾਨ ਸਭਾ ਦੀਆਂ, ਰਾਸ਼ਟਰਪਤੀ ਦੀਆਂ, ਉਪ ਰਾਸ਼ਟਰਪਤੀ ਦੀਆਂ, ਸਾਰੀਆਂ ਵੋਟਾਂ ਪੈਂਦੀਆਂ। ਤਾਂ ਉਹਦੇ ਵਾਸਤੇ ਇੱਕ ਅਲੱਗ ਬਾਡੀ ਬਣਾਈ ਗਈ ਜਿਹਨੂੰ ਚੋਣ ਆਯੋਗ ਦਾ ਨਾਮ ਦਿੱਤਾ ਗਿਆ। ਚੋਣ ਕਮਿਸ਼ਨ, ਇਲੈਕਸ਼ਨ ਕਮਿਸ਼ਨ ਦਾ ਨਾਮ ਜਿਹਨੂੰ ਦਿੱਤਾ ਗਿਆ। ਸਾਡੇ ਸੰਵਿਧਾਨ ਦਾ ਜਿਹੜਾ 15ਵਾਂ ਪਾਰਟ ਆ ਉਹਦੇ ਵਿੱਚ ਧਾਰਾ 324, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ 324 ਤੋਂ ਲੈ ਕੇ 329 ਤੱਕ ਸਾਡਾ ਜਿਹੜਾ ਸਾਰਾ ਕੁਛ, ਸਾਰੀਆਂ ਧਾਰਾ ਚੋਣ ਕਮਿਸ਼ਨ, ਚੋਣ ਆਯੋਗ, ਚੋਣ ਪ੍ਰਣਾਲੀ ਦੀ ਪ੍ਰਕਿਰਿਆ ਨਾਲ ਸਾਰੀਆਂ ਸੰਬੰਧ ਰੱਖਦੀਆਂ ਆ। ਤਾਂ ਇਹ ਵਿਵਸਥਾ ਕੀਤੀ ਗਈ। ਇਹਦੇ ਵਿੱਚ ਕੀ ਦੱਸਿਆ ਗਿਆ ਕਿ ਸੰਸਦ, ਰਾਜ ਵਿਧਾਨ ਸਭਾਵਾਂ, ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਕਰਾਉਣ, ਵੋਟਰ ਸੂਚੀਆਂ ਤਿਆਰ ਕਰਨ ਦੇ ਸੰਬੰਧ ਵਿੱਚ ਨਿਰੀਖਣ, ਨਿਰਦੇਸ਼ਨ ਅਤੇ ਨਿਯੰਤਰਣ ਕਰਨ ਦਾ ਅਧਿਕਾਰ ਚੋਣ ਆਯੋਗ ਦੇ ਕੋਲ ਹੋਵੇਗਾ।
ਚੋਣ ਆਯੋਗ ਦਾ ਮੁੱਖ ਕੰਮ ਕੀ ਹੈ? ਕੱਲੀਆਂ ਵੋਟਾਂ ਨਹੀਂ ਕਰਾਉਣੀਆਂ ਉਹਨਾਂ ਨੇ ਪਾਰਲੀਮੈਂਟ ਦੀਆਂ, ਲੋਕ ਸਭਾ ਦੀਆਂ। ਜਦੋਂ ਆਪਾਂ ਸੰਸਦ ਦੀ ਵੋਟ ਦੀ ਗੱਲ ਕਰਦੇ ਇਹਦਾ ਮਤਲਬ ਆਪਾਂ ਪ੍ਰਧਾਨ ਮੰਤਰੀ ਦੀਆਂ ਵੋਟਾਂ ਦੀ ਗੱਲ ਕਰਦੇ ਹਾਂ। ਜਦੋਂ ਆਪਾਂ ਰਾਜ ਵਿਧਾਨ ਸਭਾ ਦੀ ਗੱਲ ਕਰਦੇ ਹਾਂ ਇਹਦਾ ਮਤਲਬ ਆਪਾਂ ਮੁੱਖ ਮੰਤਰੀ ਦੀ ਗੱਲ ਕਰ ਰਹੇ ਹਾਂ, ਕਿਸੇ ਰਾਜ ਦੇ ਮੁੱਖ ਮੰਤਰੀ ਦੀ। ਰਾਸ਼ਟਰਪਤੀ ਦੀਆਂ ਚੋਣਾਂ, ਉਪ ਰਾਸ਼ਟਰਪਤੀ ਦੀਆਂ ਚੋਣਾਂ, ਇਹਦਾ ਮਤਲਬ ਦੇਸ਼ ਦੀ ਸਰਵਉੱਚ ਜਿਹੜੀ ਅਥਾਰਟੀ ਹੈ, ਜਿਹਦੇ ਨਾਂ ਦੇ ਉੱਤੇ ਸਾਡੇ ਦੇਸ਼ ਦਾ ਸ਼ਾਸਨ ਚੱਲਦਾ, ਰਾਸ਼ਟਰਪਤੀ ਦੇ ਨਾਂ ਤੇ, ਉਹਦੀਆਂ ਵੋਟਾਂ ਕਰਾਉਣ ਦਾ ਕੰਮ। ਵੋਟਾਂ ਹੀ ਨਹੀਂ ਇਕੱਲੀਆਂ ਕਰਾਉਣੀਆਂ, ਵੋਟਰ ਸੂਚੀ ਤਿਆਰ ਕਰਨ ਦੇ ਸੰਬੰਧ ਵਿੱਚ ਤੁਸੀਂ ਦੇਖੋ ਅੱਜ ਵੀ ਹੁਣ ਵੀ ਇਹਨਾਂ ਦਿਨਾਂ ਦੇ ਵਿੱਚ ਸਰਾਸਰ ਸੁਧਾਈ ਦਾ ਕੰਮ ਚੱਲ ਰਿਹਾ ਹੈ। ਸੁਧਾਈ ਦਾ, ਉਸ ਸੁਧਾਈ ਦੇ ਵਿੱਚ ਕੀ ਹੁੰਦਾ ਆ, ਕਿਸੇ ਕੁੜੀ ਦਾ ਵਿਆਹ ਹੋ ਜਾਂਦਾ ਆ, ਉਹਦੀ ਵੋਟ ਉਹਦੇ ਮਾਂ-ਬਾਪ ਦੇ ਘਰ ਚੋਂ ਕੱਟ ਕੇ ਸਹੁਰਿਆਂ ਦੇ ਘਰ ਵਿੱਚ ਜਾ ਕੇ ਵੋਟ ਬਣ ਜਾਂਦੀ ਹੈ। ਨਵੀਆਂ ਵੋਟਾਂ ਬਣਦੀਆਂ ਆ। ਜਿਹੜੇ ਬੱਚੇ 18 ਸਾਲ ਦੇ ਹੋ ਗਏ ਆ ਉਹਨਾਂ ਦੀ ਵੋਟ ਬਣਦੀ ਹੈ। ਜਿਹੜੇ ਕਿਸੇ ਦੀ ਕੋਈ ਵੋਟਰ ਜਿਨ੍ਹਾਂ ਦੀ ਮੌਤ ਹੋ ਗਈ ਹੈ ਜਾਂ ਜਿਹੜੇ ਭਾਰਤ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਜਾ ਕੇ ਵਸ ਗਏ ਆ, ਉਹਨਾਂ ਦੀਆਂ ਵੋਟਾਂ ਦੀ ਫਿਰ ਉਹਨਾਂ ਦਾ ਨਾਮ ਜਿਹੜਾ ਵੋਟਰ ਸੂਚੀ 'ਚੋਂ ਕੱਢ ਦਿੱਤਾ ਜਾਂਦਾ ਆ। ਨਵੇਂ ਵੋਟਰ ਸੂਚੀ ਦੇ ਨਾਮ ਜਿਹੜੇ ਆ ਉਹ ਨਵੀਆਂ ਸੂਚੀਆਂ ਦੇ ਵਿੱਚ ਆ ਜਾਂਦੇ ਆ। ਤਾਂ ਜਿਹੜਾ ਵੀ ਇਹਦਾ ਸੁਪਰਵਿਜ਼ਨ ਦਾ ਕੰਮ ਆ, ਕਿੱਦਾਂ ਬਣਾਉਣੀਆਂ, ਕੌਣ ਬਣਾਊਗਾ ਇਹ ਵੋਟਾਂ, ਇਹ ਸਾਰਾ ਕੰਮ ਕਰਾਉਣ ਦਾ ਅਧਿਕਾਰ ਚੋਣ ਆਯੋਗ ਨੂੰ ਦਿੱਤਾ ਗਿਆ ਹੈ। ਚੋਣ ਆਯੋਗ ਜਿਹੜਾ ਆ ਇਹਦਾ ਗਠਨ ਜਿਹੜਾ ਆ 3 ਮੈਂਬਰੀ ਕਮੇਟੀ ਬਣਦੀ ਹੈ। ਇਹਦੇ ਲਈ ਸ਼ੁਰੂ ਤੋਂ ਹੀ ਇਹ ਵਿਵਸਥਾ ਕੀਤੀ ਗਈ ਹੈ 3 ਮੈਂਬਰੀ ਕਮੇਟੀ ਦੀ, ਕਿ ਧਾਰਾ 324 ਦੀ ਜਿਹੜੀ ਸੈਕਿੰਡ ਪਾਰਟ ਆ, ਜਿਹੜਾ ਇਹਦਾ ਦੂਸਰਾ ਹਿੱਸਾ ਹੈ 324 ਦਾ, ਪਹਿਲੇ ਦੇ ਵਿੱਚ ਇਹ ਦੱਸਿਆ ਗਿਆ ਵੀ ਚੋਣ ਆਯੋਗ ਕਿਹੜੇ ਕੰਮ ਕਰੂਗਾ। ਦੂਜੇ ਹਿੱਸੇ ਵਿੱਚ ਇਹ ਦੱਸਿਆ ਗਿਆ ਕਿ ਇਹਦੇ ਵਿੱਚ ਕਿੰਨੇ ਮੈਂਬਰ ਹੋਣਗੇ। ਤਾਂ ਜੇ ਆਪਾਂ ਪੂਰੇ ਚੋਣ ਆਯੋਗ ਦੀ ਗੱਲ ਕਰੀਏ, ਚੋਣ ਆਯੋਗ ਮੇਨ ਚੋਣ ਆਯੋਗ ਦਾ ਜਿਹੜਾ ਦਫ਼ਤਰ ਆ ਉਹ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਆ, ਤੇ ਉਹਦੇ ਵਿੱਚ 3 ਮੈਂਬਰੀ ਚੋਣ, 3 ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਔਰ ਇਹਨਾਂ ਦੀ ਚੋਣ ਜਿਹੜੀ ਹੈ ਉਹ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ। ਸੰਸਦ ਦੇ ਵਿੱਚ ਕਈ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਇਹਨਾਂ ਵਾਸਤੇ, ਔਰ ਉਹਨਾਂ ਕਾਨੂੰਨਾਂ ਨੂੰ ਘੋਖ ਕੇ ਹੀ ਰਾਸ਼ਟਰਪਤੀ ਜਿਹੜੇ ਆ ਸਾਡੇ ਦੇਸ਼ ਦੇ ਉਹ ਇਹਨਾਂ 3 ਮੈਂਬਰਾਂ ਦੀ ਚੋਣ ਕਰਦੇ ਆ। ਇਹਨਾਂ 3 ਮੈਂਬਰਾਂ ਦੇ ਵਿੱਚੋਂ ਇੱਕ ਨੂੰ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਦੇ ਦਿੱਤਾ ਜਾਂਦਾ, ਤੇ ਨਾਲ ਉਹਦੇ 2 ਉਹਦੇ ਅਸਿਸਟੈਂਟ ਹੋ ਜਾਂਦੇ ਆ। ਹੁੰਦੇ ਉਹ ਵੀ ਚੋਣ ਕਮਿਸ਼ਨਰ ਹੀ ਹੈ, ਪਰ ਉਹਨਾਂ ਤੋਂ ਉੱਪਰ ਜਿਹੜਾ ਮੇਨ ਹੁੰਦਾ ਉਹਨੂੰ ਮੁੱਖ ਚੋਣ ਕਮਿਸ਼ਨਰ, ਤੇ ਦੂਜਿਆਂ ਨੂੰ ਚੋਣ ਕਮਿਸ਼ਨਰ ਦਾ ਦਰਜਾ ਦਿੱਤਾ ਜਾਂਦਾ ਹੈ। ਭਾਰਤ ਦੇ ਜਿਹੜੇ ਮੌਜੂਦਾ ਚੋਣ ਕਮਿਸ਼ਨਰ ਆ ਬੇਟਾ ਉਹ ਹੈਗੇ ਆ ਸ਼੍ਰੀ ਰਾਜੀਵ ਕੁਮਾਰ। ਉਹਨਾਂ ਦੇ ਨਾਲ ਜਿਹੜੇ 2 ਹੋਰ ਚੋਣ ਕਮਿਸ਼ਨਰ ਆ ਉਹ ਹੈਗੇ ਸ਼੍ਰੀ ਅਨੂਪ ਚੰਦਰ ਪਾਂਡੇ, ਤੇ ਦੂਸਰੇ ਹੈਗੇ ਸਾਡੇ ਸ਼੍ਰੀ ਅਰੁਣ ਗੋਇਲ ਜੀ। ਕਈ ਵਾਰੀ ਬੋਰਡ ਦੀਆਂ ਕਲਾਸਾਂ ਦੇ ਵਿੱਚ 10ਵੀਂ ਵਿੱਚ, 9ਵੀਂ ਵਿੱਚ, 12ਵੀਂ ਵਿੱਚ ਵੀ ਇਹ ਕੁਐਸਚਨ ਆ ਜਾਂਦਾ ਹੁੰਦਾ ਵੀ ਚੋਣ ਕਮਿਸ਼ਨਰ, ਭਾਰਤ ਦੇ ਮੌਜੂਦਾ ਚੋਣ ਕਮਿਸ਼ਨਰ ਦਾ ਨਾਮ ਦੱਸੋ। ਤਾਂ ਮੈਂ ਆਸ ਕਰਦੀ ਹਾਂ ਵੀ ਤੁਸੀਂ ਸਾਰੇ ਇਹ ਵਾਲੀਆਂ ਚੀਜ਼ਾਂ ਨੋਟ ਕਰਦੇ ਹੋਵੋਗੇ। ਹੁਣ ਚੋਣ ਆਯੋਗ ਦੇ ਕੀ ਕੰਮ ਹੈਗੇ ਆ। ਪਹਿਲੇ ਆਪਾਂ ਚੋਣ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਦਸੀਆਂ ਸੀ, ਹੁਣ ਆਪਾਂ ਕਰਨ ਜਾ ਰਹੇ ਵੀ ਚੋਣ ਆਯੋਗ ਕਿਹੜੇ ਕੰਮ ਕਰਦਾ ਆ। ਚੋਣ ਆਯੋਗ ਦਾ ਸਭ ਤੋਂ ਪਹਿਲਾ ਕੰਮ ਆ, ਨਾਮ ਤੋਂ ਹੀ ਪਤਾ ਲੱਗਦਾ ਆ ਵੀ ਚੋਣਾਂ ਦਾ ਪ੍ਰਬੰਧ। ਚੋਣ ਆਯੋਗ ਨੇ ਮੁੱਖ ਕੰਮ ਕੀ ਕਰਨਾ? ਚੋਣਾਂ ਦਾ ਪ੍ਰਬੰਧ ਕਰਨਾ ਆ। ਮੈਂ ਪਿੱਛੇ ਵੀ ਦੱਸਿਆ ਸੀਗਾ ਵੀ ਚੋਣਾਂ ਚਾਹੇ ਦੇਸ਼ ਦਾ ਆਪਾਂ ਪ੍ਰਧਾਨ ਮੰਤਰੀ ਦੀ ਚੋਣ ਕਰਨੀ ਹੈ, ਚਾਹੇ ਆਪਾਂ ਰਾਸ਼ਟਰਪਤੀ ਦੀ ਚੋਣ ਕਰਨੀ ਹੈ, ਚਾਹੇ ਆਪਾਂ ਆਪਣੇ ਪਿੰਡ ਦੇ ਸਰਪੰਚ ਦੀ ਚੋਣ ਕਰਨੀ ਹੈ, ਉਹ ਕੌਣ ਕਰਵਾਊਗਾ? ਚੋਣ ਆਯੋਗ ਦੇ ਥਰੂ ਹੀ ਉਹ ਵਾਲੀਆਂ ਚੋਣਾਂ ਹੋਣਗੀਆਂ। ਦੂਸਰਾ ਕੰਮ ਕੀ ਹੈ? ਰਾਜਨੀਤਿਕ ਪਾਰਟੀਆਂ ਦੀ ਰਜਿਸਟ੍ਰੇਸ਼ਨ ਕਰਨਾ। ਤੁਸੀਂ ਦੇਖੋ ਕਿੰਨੀਆਂ ਪਾਰਟੀਆਂ ਰੋਜ਼ ਬਣਦੀਆਂ ਆ, ਕਿੰਨਿਆਂ ਨੂੰ ਮਾਨਤਾ ਮਿਲਦੀ ਹੈ, ਔਰ ਉਹ ਮਾਨਤਾ ਕਦੋਂ ਮਿਲਦੀ ਹੈ? ਜਦੋਂ ਉਹ ਆਪਣੇ ਕਾਗਜ਼ ਚੋਣ ਆਯੋਗ ਦੇ ਕੋਲ ਕਰਦੇ ਨੇ। ਤੁਸੀਂ ਹੁਣ ਦੇਖੋ, ਤੁਸੀਂ ਸਕੂਲ ਆਉਂਦੇ ਆ, ਤੁਹਾਡੀ ਰੋਜ਼ ਅਟੈਂਡੈਂਸ ਲੱਗਦੀ ਹੈ, ਤੁਸੀਂ ਇਹਦਾ ਮਤਲਬ ਸਾਡੇ ਕੋਲ ਰਜਿਸਟਰ ਹੋਏ ਹੋ ਆ। ਜਿਹੜੇ ਬੱਚੇ ਘਰ ਬੈਠੇ ਆ, ਸਕੂਲੇ ਨਹੀਂ ਕਿਤੇ ਗਏ, ਉਹਨਾਂ ਕੋਲ ਕਿਤਾਬਾਂ ਹੈਗੀਆਂ, ਉਹ ਪੜ੍ਹਾਈ ਨਹੀਂ ਕਰ ਸਕਦੇ ਜੋ ਉਹ ਸਕੂਲੇ ਆ ਕੇ ਸਕੂਲ 'ਚ ਰਜਿਸਟਰਡ ਹੋ ਕੇ ਕਰ ਸਕਣਗੇ। ਇਹੀ ਗੱਲ ਬੇਟਾ ਰਾਜਨੀਤਿਕ ਪਾਰਟੀਆਂ 'ਤੇ ਲਾਗੂ ਹੁੰਦੀ ਹੈ। ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣੀ ਹੋਂਦ ਬਣਾਉਣ ਲਈ ਪਹਿਲੇ ਚੋਣ ਆਯੋਗ ਦੇ ਕੋਲ ਆਪਣੇ ਆਪ ਨੂੰ ਰਜਿਸਟਰ ਕਰਨਾ ਪੈਂਦਾ ਹੈ। ਉਹਦੇ ਵਾਸਤੇ ਜੋ ਵੀ ਫਾਰਮੈਲਿਟੀਜ਼ ਹੈ ਉਹ ਆਪਣੇ ਕਾਗਜ਼ ਸਾਰੇ ਜਮ੍ਹਾਂ ਕਰਾਉਂਦੇ ਆ। ਜਮ੍ਹਾਂ ਕਰਾਉਣ ਤੋਂ ਬਾਅਦ ਸਾਰੇ ਕਾਗਜ਼ ਚੈੱਕ ਕੀਤੇ ਜਾਂਦੇ ਆ। ਜੇ ਉਹ ਕਾਗਜ਼ ਠੀਕ ਪਾਏ ਜਾਣ, ਰਾਜਨੀਤਿਕ ਪਾਰਟੀ ਦੀ ਜਿਹੜੀ ਉਹਨਾਂ ਦੀ ਸੋਚ ਆ ਜਾਂ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਆ, ਜੇ ਚੋਣ ਆਯੋਗ ਨੂੰ ਵਧੀਆ ਲੱਗਣ
ਤਾਂ ਉਹ ਫਿਰ ਉਹਨਾਂ ਰਾਜਨੀਤਿਕ ਦਲਾਂ ਨੂੰ ਮਾਨਤਾ ਪ੍ਰਦਾਨ ਕਰਦਾ ਆ। ਰਾਜਨੀਤਿਕ ਦਲਾਂ ਨੂੰ ਜਦੋਂ ਮਾਨਤਾ ਦੇ ਦਿੱਤੀ ਜਾਂਦੀ ਹੈ ਤਾਂ ਇਹਦਾ ਮਤਲਬ ਕਿ ਉਹ ਪਾਰਟੀਆਂ ਹੁਣ ਜਦੋਂ ਲੋੜ ਪੈਣ ਦੇ ਉੱਤੇ ਇਲੈਕਸ਼ਨਸ ਦੇ ਵਿੱਚ ਵੀ ਉਹ ਖੜੀਆਂ ਹੋ ਸਕਦੀਆਂ, ਚੋਣ ਲੜ ਸਕਦੀਆਂ ਆ। ਰਾਜਨੀਤਿਕ ਮਾਨਤਾ ਤੋਂ ਬਾਅਦ ਜਿਹੜੇ ਵੀ ਪਾਰਟੀਆਂ ਨੂੰ ਚੋਣ ਨਿਸ਼ਾਨ ਦਿੱਤੇ ਜਾਂਦੇ ਹੈ, ਚਾਹੇ ਉਹ ਕਮਲ ਦਾ ਫੁੱਲ ਹੈ, ਚਾਹੇ ਝਾੜੂ ਹੈ, ਚਾਹੇ ਹਾਥੀ ਦਿੱਤਾ ਹੋਇਆ ਹੈ ਕਿਸੇ ਵੀ ਚੋਣ ਪਾਰਟੀ ਨੂੰ, ਕੋਈ ਲਾਲਟੇਨ ਆ, ਇਹ ਸਾਰੇ ਚੋਣ ਨਿਸ਼ਾਨ ਕੋਈ ਵੀ ਰਾਜਨੀਤਿਕ ਦਲ ਆਪਣੀ ਮਰਜ਼ੀ ਨਾਲ ਨਹੀਂ ਲੈਂਦਾ। ਚੋਣ ਆਯੋਗ ਇਹਨਾਂ ਪਾਰਟੀਆਂ ਨੂੰ ਚੋਣ ਨਿਸ਼ਾਨ ਅਲਾਟ ਕਰਦੀ ਹੈ। ਚੋਣ ਨਿਸ਼ਾਨ ਅਲਾਟ ਹੋਣ ਨਾਲ ਕੀ ਹੁੰਦਾ ਆ, ਹਰੇਕ ਪਾਰਟੀ ਦੀ ਇੱਕ ਆਪਣੀ ਵੱਖਰੀ ਪਛਾਣ ਬਣ ਜਾਂਦੀ ਹੈ। ਹੁਣ ਅਸੀਂ ਜੇ ਗੱਲ ਕਰੀਏ ਕਿ ਭਾਰਤ ਦੇ ਵਿੱਚ ਜਦੋਂ ਅਸੀਂ ਕਮਲ ਦੇ ਫੁੱਲ ਦੀ ਗੱਲ ਕਰਦੇ ਹਾਂ ਤਾਂ ਬੱਚਿਆਂ ਦੇ ਦਿਮਾਗ 'ਚ ਆਊਗਾ ਵੀ ਇਹ ਕਿਹੜੀ ਪਾਰਟੀ ਦੀ ਗੱਲ ਕੀਤੀ ਜਾ ਰਹੀ ਹੈ, ਭਾਰਤੀ ਜਨਤਾ ਪਾਰਟੀ ਦੀ। ਜਦੋਂ ਆਪਾਂ ਤੱਕੜੀ ਦੀ ਗੱਲ ਕਰਦੇ ਹਾਂ ਤਾਂ ਬੱਚਿਆਂ ਨੂੰ ਯਾਦ ਆ ਜਾਊਗਾ, ਘੱਟੋ ਘੱਟ ਐਟਲੀਸਟ ਪੰਜਾਬ ਦੇ ਨਿਆਣਿਆਂ ਨੂੰ ਪਤਾ ਹੋਊਗਾ ਵੀ ਇਹ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਆ, ਕਿਉਂਕਿ ਇਹ ਰੀਜਨਲ ਪਾਰਟੀ ਹੈ। ਇੱਕ ਖੇਤਰੀ ਪਾਰਟੀ ਹੁੰਦੀ ਹੈ, ਇੱਕ ਰਾਜਨੀਤਿਕ ਪਾਰਟੀਆਂ ਹੁੰਦੀਆਂ ਹੈ। ਤਾਂ ਹਰ ਪਾਰਟੀ ਜਿਹੜੀ ਹੈ ਉਹ ਆਪਣੇ ਚੋਣ ਨਿਸ਼ਾਨ ਦੇ ਨਾਮ ਨਾਲ ਜਾਣੀ ਜਾਂਦੀ ਹੈ। ਜਿੱਦਾਂ ਬੇਟੇ ਤੁਹਾਡੇ ਗਲਾਂ ਦੇ ਵਿੱਚ ਅਸੀਂ ID ਕਾਰਡ ਪਾ ਦਿੰਦੇ ਹਾਂ, 2 ਸਕੂਲਾਂ ਦੇ ਬੱਚੇ ਖੜੇ ਆ, ਆਪੇ ਪਤਾ ਲੱਗ ਜਾਂਦਾ ਕਿਹੜਾ ਗਵਰਨਮੈਂਟ ਸਕੂਲ ਦਾ ਬੱਚਾ ਆ, ਕਿਹੜਾ ਬॉयਜ਼ ਸਕੂਲ ਦਾ ਆ, ਕਿਹੜਾ ਕੁੜੀਆਂ ਵਾਲੇ ਸਕੂਲ ਦਾ ਬੱਚਾ। ਉਹ ID ਕਾਰਡ ਸਾਡੀ ਪਛਾਣ ਜਿੱਦਾਂ ਡਿਪਿਕਟ ਕਰਦੇ ਆ, ਇੱਦਾਂ ਹੀ ਚੋਣ ਨਿਸ਼ਾਨ ਜਦੋਂ ਅਲਾਟ ਹੋ ਜਾਂਦੇ ਸਾਡੀ ਪਾਰਟੀ ਨੂੰ ਇੱਕ ਵੱਖਰੀ ਪਛਾਣ ਮਿਲ ਜਾਂਦੀ ਹੈ। 5ਵਾਂ ਕੰਮ ਜਿਹੜਾ ਆ ਉਹ ਹੈਗਾ ਵੋਟਰ ਸੂਚੀਆਂ ਤਿਆਰ ਕਰਨਾ। ਵੋਟਰ ਸੂਚੀਆਂ ਮੈਂ ਪਹਿਲਾਂ ਹੀ ਦੱਸਿਆ ਕਿ ਵੋਟਰ ਸੂਚੀਆਂ ਦੇ ਵਿੱਚ ਕਈ ਵਾਰੀ ਨਾਮ ਦੀ ਗਲਤੀ ਹੋ ਜਾਂਦੀ, ਕਈ ਵਾਰੀ ਫਾਦਰ ਨੇਮ ਦੀ ਗਲਤੀ ਹੋ ਜਾਂਦੀ ਹੈ, ਜਾਂ ਕਈ ਵਾਰੀ ਕੋਈ ਕੁੜੀ ਦਾ ਵਿਆਹ ਹੋ ਗਿਆ, ਜਿੱਦਾਂ ਉਹ ਦੂਸਰੇ ਆਪਣੇ ਸਹੁਰਿਆਂ ਘਰ ਆ ਗਈ ਹੈ, ਕਿਸੇ ਦੇ ਘਰ ਦੇ ਵਿੱਚ ਮੌਤ ਹੋ ਗਈ ਹੈ, ਕੋਈ ਦੇਸ਼ ਛੱਡ ਕੇ ਚਲਾ ਗਿਆ ਆ, ਉਹਨਾਂ ਦੇ ਨਾਮ ਜਿਹੜੇ ਆ ਕੱਟ ਜਾਂਦੇ ਆ, ਨਵੇਂ ਨਾਮ ਜੁੜ ਜਾਂਦੇ ਆ। ਜਿਹੜੇ ਬੱਚੇ 18 ਸਾਲ ਦੇ ਹੋ ਜਾਂਦੇ ਆ ਉਹਨਾਂ ਦਾ ਨਾਮ ਵੋਟਰ ਸੂਚੀ ਵਿੱਚ ਆ ਜਾਂਦਾ ਆ। ਤਾਂ ਚੋਣ ਆਯੋਗ ਚੋਣਾਂ ਤੋਂ ਪਹਿਲੇ ਇਹ ਸਾਰੇ ਕੰਮ ਕਰਦਾ ਹੈ, ਵੋਟਰ ਸੂਚੀਆਂ ਤਿਆਰ ਕਰ ਲੈਂਦਾ ਹੈ। ਉਸ ਤੋਂ ਬਾਅਦ ਅਗਲਾ ਕੰਮ ਜਿਹੜਾ ਹੈ ਉਹ ਹੈ ਚੋਣਾਂ ਦੀ ਮਿਤੀ ਘੋਸ਼ਿਤ ਕਰਨਾ। ਹੁਣ ਚੋਣਾਂ ਦੀ ਮਿਤੀ ਵੋਟਾਂ ਕਦੋਂ ਹੋਣਗੀਆਂ, ਕਿਸੇ ਰਾਜ ਵਿੱਚ ਕਦੋਂ ਹੋਣਗੀਆਂ, ਭਾਰਤ ਵਿੱਚ ਕਦੋਂ ਹੋਣਗੀਆਂ ਵੋਟਾਂ, ਇਹ ਜਿਹੜੀ ਇਹਦੀ ਡੇਟ ਹੈ ਡਿਸਾਈਡ ਕੌਣ ਕਰਦਾ ਆ, ਚੋਣ ਆਯੋਗ ਕਰਦਾ ਆ। ਹੁਣ ਆਪਣੇ ਜਦੋਂ 2024 ਦੇ ਵਿੱਚ ਇਲੈਕਸ਼ਨ ਹੋਣੇ ਆ, ਹੈ ਨਾ, ਸੰਸਦ ਦੀਆਂ ਵੋਟਾਂ ਪੈਣੀਆਂ, ਲੋਕ ਸਭਾ ਦੀਆਂ ਵੋਟਾਂ ਹੋਣੀਆਂ ਆ, ਤਾਂ ਉਹ ਜੇ 24 'ਚ ਹੋਣੀਆਂ ਆ, ਕਦੋਂ ਹੁੰਦੀਆਂ ਆ, ਇਹ ਡੇਟ ਕੌਣ ਡਿਸਾਈਡ ਕਰੂਗਾ, ਸਾਡਾ ਚੋਣ ਆਯੋਗ। ਠੀਕ ਹੈ ਜੀ। ਇਸ ਤੋਂ ਬਾਅਦ ਆ ਜਾਂਦਾ ਚੋਣਾਂ ਨਾਲ ਸੰਬੰਧਿਤ ਕਰਮਚਾਰੀਆਂ 'ਤੇ ਨਿਯੰਤਰਣ। ਜਦੋਂ ਵੋਟਾਂ ਪੈਂਦੀਆਂ ਆ ਜਾਂ ਵੋਟਾਂ ਦੇ ਨਾਲ ਜਿਹੜਾ ਵੀ ਮਹਿਕਮਾ, ਜਿਹੜਾ ਵੀ ਅਮਲਾ ਜੁੜ ਜਾਂਦਾ ਆ, ਉਹ ਸਾਰਾ ਫਿਰ ਚੋਣ ਆਯੋਗ ਦੇ ਨਿਯੰਤਰਣ ਥੱਲੇ ਆ ਜਾਂਦਾ ਆ। ਤੁਸੀਂ ਦੇਖੋ ਤੁਹਾਡੇ ਸਕੂਲਾਂ ਦੇ ਵਿੱਚ ਟੀਚਰਸ ਦੀ ਡਿਊਟੀ ਵੀ ਲੱਗਦੀ ਹੈ, ਮੇਰੀ ਵੀ ਲੱਗਦੀ ਹੈ, ਸਭ ਦੀ ਲੱਗਦੀ ਡਿਊਟੀ। ਤਾਂ ਜਦ ਤੱਕ ਇਲੈਕਸ਼ਨ ਚੱਲਦੇ ਆ ਉਦੋਂ ਤੱਕ ਅਸੀਂ ਕਿਹਦੇ ਮੁਲਾਜ਼ਮ ਬਣ ਜਾਂਦੇ ਆ, ਚੋਣ ਆਯੋਗ ਦੇ। ਫਿਰ ਅਸੀਂ ਐ ਨਹੀਂ ਕਹਿੰਦੇ ਵੀ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮ ਆ ਜਾਂ ਕੇਂਦਰ ਸਰਕਾਰ ਦੇ, ਅਸੀਂ ਫਿਰ ਮੁਲਾਜ਼ਮ ਬਣ ਜਾਂਦੇ ਆ ਇਲੈਕਸ਼ਨ ਕਮਿਸ਼ਨ ਦੇ। ਰਾਜਨੀਤਿਕ ਦਲਾਂ ਦੀ ਆਚਾਰ ਸੰਹਿਤਾ ਤਿਆਰ ਕਰਨੀ। ਆਚਾਰ ਸੰਹਿਤਾ ਹੁੰਦਾ ਕੋਡ ਆਫ ਕੰਡਕਟ, ਵੀ ਰਾਜਨੀਤਿਕ ਦਲਾਂ ਨੇ ਕਿਹੜੇ ਕੰਮ ਕਿਹੜੇ ਢੰਗ ਨਾਲ ਕਰਨੇ ਆ, ਗਲਤ ਤਰੀਕੇ ਨਹੀਂ ਅਪਣਾਣੇ, ਲੋਕਾਂ ਨੂੰ ਇੰਪ੍ਰੈਸ ਕਰਨ ਲਈ ਵੋਟਾਂ ਵੇਲੇ ਪੈਸਾ ਨਹੀਂ ਦੇਣਾ, ਕੋਈ ਗਲਤ ਸਾਧਨ ਨਹੀਂ ਇਸਤੇਮਾਲ ਕਰਨੇ। ਇੱਕ ਇਹਨਾਂ ਲਈ ਨਿਯਮ ਲਾਗੂ ਕੀਤੇ ਜਾਂਦੇ ਆ ਜਿਹੜੇ ਹਰੇਕ ਰਾਜਨੀਤਿਕ ਦਲ ਨੂੰ ਮੰਨਣੇ ਪੈਂਦੇ ਆ। ਉਹਨਾਂ ਨਿਯਮਾਂ ਨੂੰ ਆਪਾਂ ਆਚਾਰ ਸੰਹਿਤਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਚੋਣ ਆਯੋਗ ਜਿਹੜਾ ਆ ਉਹ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਸੰਸਦ ਅਤੇ ਰਾਜ ਵਿਧਾਨ ਮੰਡਲ ਦੀਆਂ ਚੋਣਾਂ ਕਰਾਉਂਦਾ ਆ। ਚੋਣਾਂ ਕਰਾਉਣ ਵਾਸਤੇ ਪੋਲਿੰਗ ਸਟੇਸ਼ਨਸ ਦੀ ਲੋੜ ਪੈਂਦੀ ਹੈ, ਉਹ ਵੀ ਚੋਣ ਆਯੋਗ ਦੇ ਦਿਸ਼ਾ ਨਿਰਦੇਸ਼ ਅਧੀਨ ਜਿਹੜੇ ਆ ਇਹ ਪੋਲਿੰਗ ਸਟੇਸ਼ਨ ਕਾਇਮ ਕੀਤੇ ਜਾਂਦੇ ਆ। ਔਰ ਬੱਚੇ ਤੁਹਾਡੇ ਲਈ ਇੱਕ ਹੋਰ ਨਵੀਂ ਗੱਲ ਤਾਂ ਨਹੀਂ, ਖੈਰ ਤੁਹਾਡੇ ਟੀਚਰਸ ਨੇ ਦੱਸਿਆ ਹੋਊਗਾ, ਜਿਹੜੇ ਪੋਲਿੰਗ ਸਟੇਸ਼ਨ ਆ ਹਮੇਸ਼ਾ ਹੀ ਸਰਕਾਰੀ ਸਕੂਲਾਂ ਦੇ ਵਿੱਚ ਬਣਾਏ ਜਾਂਦੇ ਆ, ਲੋਕਾਂ ਦੀ ਰੇਂਜ ਦੇ ਵਿੱਚ ਬਣਾਏ ਜਾਂਦੇ ਆ, ਤਾਂ ਕਿ ਲੋਕਾਂ ਨੂੰ, ਆਮ ਜਨਤਾ ਨੂੰ ਵੋਟਾਂ ਦੇ ਦਿਨਾਂ ਦੇ ਵਿੱਚ ਵੋਟਾਂ ਪਾਉਣ ਲਈ ਦੂਰ ਪਾਰ ਨਾ ਜਾਣਾ ਪਵੇ। ਉਹਨਾਂ ਦੇ ਨੇੜੇ ਤੇੜੇ ਪ੍ਰਾਇਮਰੀ ਸਕੂਲ ਵੀ ਹੋ ਸਕਦੇ ਆ ਪੋਲਿੰਗ ਸਟੇਸ਼ਨ ਸਾਡੇ, ਮਿਡਲ ਵੀ ਹੋ ਸਕਦੇ ਆ, ਹਾਈ ਸਕੂਲ ਵੀ, ਸੀਨੀਅਰ ਸੈਕੰਡਰੀ ਸਕੂਲ ਵੀ। ਜਿਹੜੇ ਸਕੂਲ ਕੰਫਰਟੇਬਲ ਆ ਲੋਕਾਂ ਦੀ ਅਪਰੋਚ ਵਿੱਚ ਆ, ਉੱਥੇ ਪੋਲਿੰਗ ਸਟੇਸ਼ਨ ਬਣਾਏ ਜਾਂਦੇ ਆ। ਵੋਟਾਂ ਤੋਂ ਬਾਅਦ ਜਿਹੜੀ ਮਤ ਪੇਟੀਆਂ ਹੁੰਦੀਆਂ, ਜਿਹੜੀਆਂ EVM ਮਸ਼ੀਨਸ ਹੁੰਦੀਆਂ ਆ,
ਉਹਨਾਂ ਦੀ ਸਿਕਿਉਰਿਟੀ ਦਾ ਕੰਮ ਵੀ ਜਦ ਤੱਕ ਵੋਟਾਂ ਦੀ ਗਿਣਤੀ ਨਹੀਂ ਹੁੰਦੀ ਤਦ ਤੱਕ ਉਹਦੀ ਸਿਕਿਉਰਿਟੀ ਦਾ ਕੰਮ ਵੀ ਚੋਣ ਆਯੋਗ ਦੇ ਕੋਲ ਹੀ ਹੁੰਦਾ ਆ। ਉਸ ਤੋਂ ਬਾਅਦ ਕਈ ਕੈਂਡੀਡੇਟ ਜ਼ਰੂਰੀ ਨਹੀਂ ਜੇ 10 ਨੇ ਵੋਟਾਂ ਲਈ ਕਾਗਜ਼ ਆਪਣੇ ਅਪਲਾਈ ਕੀਤੇ ਆ ਤਾਂ 10 ਹੀ ਯੋਗ ਆ। ਜੇ ਕੋਈ ਵੀ ਆਪਣੇ ਜਿਹੜੇ ਕਾਗਜ਼ੀ ਕਾਰਵਾਈ ਹੈ ਜਾਂ ਕਿਸੇ ਵੀ ਪੱਧਰ ਦੇ ਉੱਤੇ ਉਹਨਾਂ ਦੇ ਕਾਗਜ਼ ਪੂਰੇ ਨਹੀਂ ਹੈਗੇ, ਕੋਈ ਉਹਨਾਂ ਦਾ ਕੰਮ ਇੱਦਾਂ ਦਾ ਹੋਇਆ, ਉਹਨਾਂ ਨੂੰ ਚੋਣ ਆਯੋਗ ਅਯੋਗ ਘੋਸ਼ਿਤ ਕਰ ਸਕਦਾ ਆ। ਕੋਈ ਵੀ ਰਾਜਨੀਤਿਕ ਦਲ ਜਿਹੜਾ ਆ ਉਹਦੇ ਕੰਮ ਵਧੀਆ ਨਹੀਂ ਹੋ ਰਹੇ, ਉਹ ਸਰਕਾਰ ਦੇ ਚੋਣ ਆਯੋਗ ਦੇ ਮਾਪਦੰਡਾਂ ਤੇ ਪੂਰਾ ਨਹੀਂ ਉਤਰ ਰਿਹਾ ਤਾਂ ਉਹਦੀ ਮਾਨਤਾ ਨੂੰ ਰੱਦ ਕੀਤਾ ਜਾ ਸਕਦਾ ਆ। ਜਿੱਦਾਂ ਅਸੀਂ ਤੁਹਾਨੂੰ ਵੀ ਕਹਿ ਦਿੰਦੇ ਆ ਨਾ ਵੀ ਜੇ ਤੁਹਾਡੇ ਇੰਨੇ ਨੰਬਰ ਨਾ ਆਏ ਤਾਂ ਤੁਸੀਂ ਫੇਲ ਆ, ਉਸੇ ਤਰ੍ਹਾਂ ਰਾਜਨੀਤਿਕ ਦਲਾਂ ਦੀ ਮਾਨਤਾ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ। ਠੀਕ ਹੈ ਜੀ, ਇਹ ਹੈ ਸਾਡੇ ਚੋਣ ਆਯੋਗ ਦੇ ਕੰਮ। ਹੁਣ ਚੋਣ ਆਯੋਗ ਦੇ ਕੰਮਾਂ ਤੋਂ ਬਾਅਦ ਮੇਨ ਕੰਮ ਜਦੋਂ ਵੋਟਾਂ ਪੈਂਦੀਆਂ ਆ ਉਹਨੂੰ ਕਹਿੰਦੇ ਆ ਚੋਣ ਪ੍ਰਕਿਰਿਆ। ਵੀ ਚੋਣ ਪ੍ਰਕਿਰਿਆ ਕੀ ਹੁੰਦੀ ਹੈ ਕਿ ਇਹ ਇੱਕ ਵਿਧੀ ਹੈ ਨਿਸ਼ਚਿਤ ਕੀਤੀ ਜਾਂਦੀ ਹੈ ਜਿਹਦੇ ਵਿੱਚ ਚੋਣ ਪ੍ਰਕਿਰਿਆ ਦੇ ਟੋਟਲ 13 ਸਟੈਪ ਆ। ਤਾਂ ਪ੍ਰੋਸੈਸ ਵਾਈਜ਼ ਜਿੱਦਾਂ ਆਪਾਂ ਘਰ ਕਹਿੰਦੇ ਆ ਵੀ ਕਿ ਕਿਹੜਾ ਕੰਮ ਕਿੱਦਾਂ ਹੋਣਾ ਹੈ, ਫੋਰ ਐਗਜ਼ਾਮਪਲ ਆਪਾਂ ਚਾਹ ਦੀ ਗੱਲ ਕਰਦੇ ਹਾਂ ਤਾਂ ਚਾਹ ਬਣਾਉਣ ਲਈ ਵੀ ਆਪਣੇ ਸਟੈਪਸ ਆ। ਵੀ ਪਹਿਲੇ ਭਾਂਡਾ ਚਾਹੀਦਾ, ਫਿਰ ਵਿੱਚ ਪਾਣੀ ਪਾਓ, ਖੰਡ ਪਾਓ, ਚਾਹ ਪੱਤੀ ਪਾਓ, ਦੁੱਧ ਪਾਓ, ਫਿਰ ਵੀ ਆਪਾਂ ਕਹਿੰਦੇ ਚਾਹ ਨਹੀਂ ਬਣੀ ਕਿਉਂਕਿ ਥੱਲੇ ਆਪਾਂ ਗੈਸ ਤਾਂ ਔਨ ਹੀ ਨਹੀਂ ਕੀਤਾ ਹੋਇਆ। ਇਹ ਪੂਰੇ ਜਿਹੜੇ ਆਸਪੈਕਟ 5 ਸਟੈਪ ਇਹਦੇ ਵਿੱਚ ਆਉਂਦੇ ਆ, ਜੇ ਪੰਜੋ ਫੁੱਲਫਿਲ ਨਹੀਂ ਹੁੰਦੇ ਆਪਾਂ ਇੱਕ ਨੋਰਮਲ ਚਾਹ ਬਣਾ ਕੇ ਨਹੀਂ ਪੀ ਸਕਦੇ। ਉਸੇ ਤਰੀਕੇ ਨਾਲ ਜਦੋਂ ਆਪਾਂ ਦੇਸ਼ ਦੀ ਸਰਕਾਰ ਬਣਾਉਣੀ ਹੈ, ਚੋਣ ਪ੍ਰਕਿਰਿਆ ਆ ਜਿਹੜੀ ਚੋਣ ਵਿਧੀ ਹੈਗੀ ਹੈ, ਜੇ ਆਪਾਂ ਉਹਦੇ ਸਟੈਪਸ ਨੂੰ ਫੁੱਲਫਿਲ ਨਹੀਂ ਕਰਦੇ ਤਾਂ ਅਸੀਂ ਪ੍ਰੋਪਰ ਵੋਟਾਂ ਨਹੀਂ ਕਰਵਾ ਸਕਦੇ। ਤਾਂ ਚੋਣ ਪ੍ਰਕਿਰਿਆ ਦੇ ਵਿੱਚ ਸਭ ਤੋਂ ਪਹਿਲਾ ਕੰਮ ਕੀ ਹੈ? ਚੋਣ ਖੇਤਰ ਨਿਸ਼ਚਿਤ ਕਰਨਾ। ਚੋਣ ਆਯੋਗ ਜਿਹੜੇ ਵੀ ਸੂਬੇ ਦੇ ਵਿੱਚ ਵੋਟਾਂ ਕਰਾ ਰਹੀ, ਸਮਝ ਲਓ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ, ਤਾਂ ਉਹ ਪੰਜਾਬ ਦੇ ਹਰੇਕ ਜ਼ਿਲ੍ਹੇ ਨੂੰ ਅਲੱਗ-ਅਲੱਗ ਸੂਬਿਆਂ ਪੰਜਾਬ ਦੇ ਜਿੱਦਾਂ ਜਿੰਨੇ ਜ਼ਿਲ੍ਹੇ ਹੈਗੇ ਆ ਉਸ ਜ਼ਿਲ੍ਹੇ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਕਿੰਨੇ ਬਲਾਕ ਆ। ਜਿੱਦਾਂ ਹੁਣ ਸਾਡਾ ਜ਼ਿਲ੍ਹਾ ਨਵਾਂ ਸ਼ਹਿਰ ਆ, ਸ਼ਹੀਦ ਭਗਤ ਸਿੰਘ ਨਗਰ ਆ, ਤਾਂ ਉਹਦੇ 8 ਬਲਾਕ ਆ। 8 ਬਲਾਕਾਂ ਦੇ ਵਿੱਚ ਕਿੰਨੇ ਪਿੰਡ ਆਣੇ ਆ, ਇਹ ਸਾਰੇ ਕਿਹੜੇ ਪਿੰਡਾਂ ਦੇ ਵਿੱਚ ਪੋਲਿੰਗ ਬੂਥ ਬਣਨੇ ਆ, ਇਹ ਸਾਰਾ ਕੁਝ ਜਿਹੜਾ ਆ ਇਹਨਾਂ ਨੂੰ ਚੋਣ ਖੇਤਰ ਕਿਹਾ ਜਾਂਦਾ ਹੈ। ਚੋਣ ਖੇਤਰ ਨਿਸ਼ਚਿਤ ਕੀਤੇ ਜਾਂਦੇ ਆ ਵੀ ਜੇ ਬੰਗਾ ਬਲਾਕ ਆ ਜਾਂ ਔੜ ਬਲਾਕ ਆ ਤਾਂ ਉੱਥੇ ਤੁਸੀਂ ਕਿੰਨੇ ਪੋਲਿੰਗ ਬੂਥ ਬਣਾਉਣੇ ਆ, ਕਿੰਨੀਆਂ ਵੋਟਾਂ ਆ ਤੇ ਕਿੰਨੇ ਪੋਲਿੰਗ ਬੂਥ ਦੇ ਨਾਲ ਉੱਥੇ ਕੰਮ ਸਰ ਸਕਦਾ ਆ। ਦੂਸਰਾ ਕੰਮ ਜਿਹੜਾ ਦੂਜੀ ਚੋਣ ਪ੍ਰਕਿਰਿਆ ਆ ਉਹ ਹਰੇਕ ਚੋਣ ਖੇਤਰ ਦੀ ਵੋਟਰ ਸੂਚੀਆਂ ਤਿਆਰ ਕਰਨਾ। ਹੁਣ ਉਦਾਹਰਨ ਦੇ ਤੌਰ ਤੇ ਜੇ ਸਾਡੇ ਸਕੂਲ ਵੋਟਾਂ ਪੈ ਰਹੀਆਂ ਆ ਤਾਂ ਉੱਥੇ ਸਾਡੇ ਕੋਲ ਜਿਹੜੇ ਲੋਕਾਂ ਦੀਆਂ ਵੋਟਾਂ ਪੈਣੀਆਂ ਆ, ਜਿਹੜੇ ਉਸ ਏਰੀਏ ਦੇ ਵੋਟਰ ਹੈਗੇ ਆ, ਉਹਨਾਂ ਦੀ ਵੋਟਰ ਸੂਚੀ ਸਾਡੇ ਕੋਲ ਉਸ ਅਮਲੇ ਦੇ ਕੋਲ ਜਿਨ੍ਹਾਂ ਨੇ ਵੋਟਾਂ ਪਵਾਉਣੀਆਂ ਉਹਨਾਂ ਦੇ ਕੋਲ ਪਹਿਲੇ ਪਹੁੰਚੀ ਹੋਊਗੀ। ਔਰ ਉਹ ਪਹਿਲੇ ਕਿਉਂ ਪਹੁੰਚੀ ਹੋਊਗੀ? ਕਿਉਂਕਿ ਚੋਣ ਆਯੋਗ ਨੇ ਵੋਟਰ ਸੂਚੀਆਂ ਤਿਆਰ ਕਰ ਲਿੱਤੀਆਂ ਹੁੰਦੀਆਂ ਆ। ਤੀਸਰਾ ਕੰਮ ਆ ਜਾਂਦਾ ਚੋਣਾਂ ਦੀ ਮਿਤੀ ਘੋਸ਼ਿਤ ਕਰਨਾ। ਇਹ ਮੈਂ ਪਹਿਲੇ ਵੀ ਦੱਸਿਆ ਵੀ ਚੋਣ ਮਿਤੀ ਘੋਸ਼ਿਤ ਹੁੰਦੀ ਹੈ, ਚੋਣ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਚੋਣਾਂ ਦੇ ਵੇਲੇ ਜਿਹੜੇ ਆਪਣੇ ਮੁੱਖ ਚੋਣ ਕਮਿਸ਼ਨਰ ਆ ਇਹ ਦਿਸ਼ਾ ਨਿਰਦੇਸ਼ ਹਰੇਕ ਸੂਬੇ ਨੂੰ ਦਿੰਦੇ ਆ। ਸੂਬੇ ਵਾਲੇ ਫਿਰ ਆਪਣੇ ਲੈਵਲ ਦੇ ਉੱਤੇ ਹਰੇਕ ਡਿਪਾਰਟਮੈਂਟ ਦੇ ਬੰਦੇ ਦਿੰਦੇ ਆ, ਉਹਨਾਂ ਨੂੰ ਫਿਰ ਚੋਣ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਕੋਈ PRO ਬਣ ਜਾਂਦਾ, ਕੋਈ ਇਲੈਕਸ਼ਨ ਦੇ ਵਿੱਚ ਆਬਜ਼ਰਵਰ ਦੀ ਡਿਊਟੀ ਬਣ ਜਾਂਦੀ ਹੈ, ਕੋਈ PRO ਬਣ ਜਾਂਦਾ ਹੈ। ਅਲੱਗ-ਅਲੱਗ ਚੋਣ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਪੰਜਵਾਂ ਕੰਮ ਜਿਹੜਾ ਹੈਗਾ ਮਤਦਾਨ ਕੇਂਦਰ ਸਥਾਪਿਤ ਕਰਨੇ, ਜਿੰਨੇ ਹਰੇਕ ਸਰਕਾਰੀ ਸਕੂਲ ਦੇ ਵਿੱਚ ਮਤਦਾਨ ਕੇਂਦਰ ਸਥਾਪਿਤ ਕੀਤੇ ਜਾਂਦੇ ਆ। ਮਤਦਾਨ ਕੇਂਦਰ ਸਥਾਪਿਤ ਕਰਨ ਤੋਂ ਬਾਅਦ ਫਿਰ ਆ ਜਾਂਦੇ ਨਾਮਜ਼ਦਗੀ ਪੱਤਰ ਦਾਖਲ ਕਰਨੇ। ਜਦੋਂ ਆਪਾਂ ਚੋਣਾਂ ਦੀ ਡੇਟ ਘੋਸ਼ਿਤ ਹੋ ਜਾਂਦੀ ਹੈ ਤਾਂ ਜਿੰਨੀਆਂ ਰਾਜਨੀਤਿਕ ਪਾਰਟੀਆਂ ਦੇ ਬੰਦੇ ਆ ਉਹ ਸਾਰੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਦੇ ਆ, ਆਪਣੇ ਪੇਪਰ ਜਮ੍ਹਾਂ ਕਰਵਾਉਂਦੇ ਆ। ਆਪਣੇ ਪੇਪਰ ਜਮ੍ਹਾਂ ਹੋਣ ਤੋਂ ਬਾਅਦ ਜਿਹੜਾ ਉਸ ਇਲਾਕੇ ਦਾ SDM ਹੁੰਦਾ ਆ, ਜਿਹਦੀ ਵੀ DC ਵੱਲੋਂ, ਕਿਉਂਕਿ ਹਰੇਕ ਜ਼ਿਲ੍ਹੇ ਦੇ ਵਿੱਚ ਚੋਣ ਕਮਿਸ਼ਨਰ ਫਿਰ ਕਿਹਨੂੰ ਨਿਰਧਾਰਿਤ ਕਰ ਦਿੱਤਾ ਜਾਂਦਾ? ਜਿਹੜਾ ਉਸ ਇਲਾਕੇ ਦਾ ਡਿਪਟੀ ਕਮਿਸ਼ਨਰ ਹੁੰਦਾ ਹੈ। ਠੀਕ ਹੈ, ਉਹ ਜਿਨ੍ਹਾਂ ਨੂੰ ਵੀ ਇਹ ਪਾਵਰ ਦਿੰਦਾ ਹੈ ਕਿ ਕੌਣ ਨਾਮਜ਼ਦਗੀ ਪੱਤਰ ਦਾਖਲ ਰਹੂਗਾ, ਤਾਂ ਇਹਦੇ ਵਾਸਤੇ SDM ਵਗੈਰਾ ਹੀ ਨਿਰਧਾਰਿਤ ਕੀਤੇ ਜਾਂਦੇ ਆ। ਇਹਨਾਂ ਦੀ ਇੱਕ ਡੇਟ ਦਿੱਤੀ ਜਾਂਦੀ ਹੈ, ਪਹਿਲੇ ਉਹ ਨਾਮਜ਼ਦਗੀ ਪੱਤਰ ਦਾਖਲ ਕਰਦੇ ਆ ਕੈਂਡੀਡੇਟ, ਫਿਰ ਉਹਨਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੁੰਦੀ ਹੈ ਵੀ ਜੋ ਜਾਣਕਾਰੀ ਦਿੱਤੀ ਗਈ ਹੈ
इन्हां कागज़ां दे विच की वो सही है। पूरे तरीके नाल उन्हां दी घोख कीती जांदी है, जिद्दां तुहाडे बच्चे पेपर चैक करदे आ असीं भी जो असीं क्वेश्चन दिता ਉਹ आंसर लिखिया कि अपने कोल ही गल्लां बना के लिखियां है। इदां ही राजनीतिक ਜਿਹੜੇ कैंडीडेट ਹੁੰਦੇ ਆ, लीडर ਜਿਹੜੇ अपने नामजदगी पत्र दाखिल करते हैं किसी भी पार्टी के होण, उन्हां दे पहले कागज़ जमा होंदे आ, फिर उन्हां कागज़ां की पड़ताल हुंदी है। पड़ताल तो बाद जे वो कागज़ ठीक पाए जाण, जे वो नामजदगी पत्र सही पाए जाते हैं तो फिर वो कैंडीडेट नूं अधिकार मिल जाता है, हक मिल जाता है कि वो इलैक्शन लड़ सकता है। इस तो बाद चोण मुहिम शुरू होंदी है। चोण मुहिम दे विच कैंपेन्स, जिद्दां स्कूलों दे विच एनरोलमेंट कैंपेन चलदा, घर घर जाके असी स्कूल दे टीचर्स दसदे आ, पेरेंट्स साडे कोल स्कूले आंदे आ, असी उन्हां नूं दसदे आ स्कूलों के फायदे। इदां ही हरेक इलैक्शन दे विच हरेक पोलीटिकल पार्टी जिहड़ी है ओह चोण मुहिम करदी है, जिहदे विच कैंपेन करदी है, जिहदे विच घर घर जाके रैलियां कीतियां जांदियां, घर घर जाके लोकां नूं अपनी पार्टी दे मुख कंमां बारे दस्सिया जांदा, उन्हां नीतियां बारे दस्सिया जांदा, जिहड़े प्रोग्राम ये करनगे जदों सत्ता विच आउणगे। चाहे वो कोई भी पार्टी है, चाहे वो श्रोमणी अकाली दल पार्टी का कोई कैंडीडेट जा रहा है, क्योंकि जदों वोटां लड़दियां एक पार्टी वोट नहीं लड़दी, कई पार्टियां इकट्ठियां होकर अपने अपने कैंडीडेट उस इलाके दे विच खड़े करते हैं। तो इन्हां लीडरां दा फिर की काम हुंदा है, चोण मुहिम करते हैं। इहदे विच रैलीज़ भी हो सकदियां, अपने पैम्फलेट्स भी ये वंडदे आ लोकां दे घर घर जाके, लैक्चर्स भी करते हैं, छोटी छोटियां मीटिंग्स भी करते हैं घरां दे विच जाके, या किसी एरिए दे विच इकट्ठे भी कर लैंदे लोकां नूं। उहदे नाल की है, ये लोकां नूं प्रभावित करन दी कोशिश करते हैं भी कि साडी पार्टी जदों आ जाऊगी सत्ता दे विच, जे साडी पार्टी नूं तुसीं वोट पाओगे तो असी आह वाले काम करांगे, अपने कामां बारे अपनी नीतियां बारे सारियां गल्लां दसदी है। और ये जिहड़ी चोण मुहिम है, ਇਹਦੇ वास्ते रिक्शा भी यूज़ किए जाते, आटो दे विच लाउड स्पीकर अनाउंसमेंट्स भी होंदियां रहिंदियां है। वोटां तो हुण समझ लो जे 20 फरवरी नूं वोटां हैगियां आ तां इह चोण मुहिम जिहड़ी है 48 घंटे पहले बंद हो जूगी। उस तो बाद नो अनाउंसमेंट, नो मीटिंग्स, कुछ भी नहीं कर सकते। चोण मुहिम का भी टाइम आ भी 48 घंटे पहले यह बंद हो जाती है। उस तो बाद वोटां का दिन आ जाता जी। EVM मशीन हैगी है ਜਿਹੜੀ जिथे हुण ਵੱਡੇ शहर आ उस EVM मशीन नूं इलैक्ट्रॉनिक वोटिंग मशीन कहा जाता है। ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਚੋਣ ਨਿਸ਼ਾਨ ਦਿੱਤੇ ਜਾਂਦੇ ਆ। ਤੁਹਾਨੂੰ ਜਿਹੜੀ ਪਾਰਟੀ ਪਸੰਦ ਹੈ ਗੁਪਤ ਮਤਦਾਨ ਆ, ਜਿਹੜੀ ਪਾਰਟੀ ਪਸੰਦ ਆ ਉਹਦਾ ਮੋਹਰੇ ਚੋਣ ਨਿਸ਼ਾਨ ਬਣਿਆ ਹੁੰਦਾ, ਉਹ ਬਟਨ ਤੁਸੀਂ ਪ੍ਰੈਸ ਕਰ ਦੇਣਾ ਆ। ਬੀਪ ਦੀ ਆਵਾਜ਼ ਆਉਂਦੀ ਹੈ, ਇਹਦਾ ਮਤਲਬ ਤੁਹਾਡੀ ਵੋਟ ਪੈ ਗਈ। ਆ 2000 ਜਿਹੜਾ ਮੈਂ ਤੁਹਾਨੂੰ ਨੋਟਾਂ ਬਾਰੇ ਦੱਸਿਆ ਸੀਗਾ ਵੀ ਇਹ ਸੁਪਰੀਮ ਕੋਰਟ ਨੇ ਇੱਕ ਨਵਾਂ ਆਰਡਰ ਦਿੱਤਾ ਸੀਗਾ। ਇਹਦੇ ਵਿੱਚ ਇੱਕ ਇਹ ਵੀ ਬਟਨ ਸਭ ਤੋਂ ਐਂਡ ਦੇ ਉੱਤੇ ਐਡ ਕੀਤਾ ਜਾਂਦਾ, ਜਿਸ ਤੋਂ ਪਤਾ ਲੱਗਦਾ ਜਿਹਦੇ ਨਾਲ ਜਿਹੜੇ ਲੋਕ ਕਿਸੇ ਵੀ ਪਾਰਟੀ ਨਾਲ ਸਹਿਮਤ ਨਹੀਂ ਉਹ ਇਹਦੀ ਚੋਣ ਕਰ ਸਕਦੇ ਹੈ। ਉਸ ਤੋਂ ਬਾਅਦ ਨਤੀਜਿਆਂ ਦੀ ਗਿਣਤੀ ਘੋਸ਼ਣਾ ਹੋ ਜਾਂਦੀ ਹੈ। ਵੋਟਾਂ ਤੋਂ ਬਾਅਦ ਇੱਕ ਫਿਰ ਦਿਨ ਡਿਸਾਈਡ ਕੀਤਾ ਜਾਂਦਾ ਆ ਵੀ 20 ਫਰਵਰੀ ਨੂੰ ਵੋਟਾਂ ਪਈਆਂ, ਹੁਣ 24 ਫਰਵਰੀ ਨੂੰ ਇਹਦੀ ਗਿਣਤੀ ਸ਼ੁਰੂ ਕਰਾਂਗੇ। ਤਾਂ 24 ਫਰਵਰੀ ਨੂੰ ਜਦੋਂ ਗਿਣਤੀ ਸ਼ੁਰੂ ਹੁੰਦੀ ਹੈ, ਜਿੱਦਾਂ ਜਿੱਦਾਂ ਵੋਟਾਂ ਦੀ ਕਾਊਂਟਿੰਗ ਹੋ ਜਾਂਦੀ ਹੈ, ਵੋਟਾਂ ਸ਼ੁਰੂ ਹੋ ਜਾਂਦੀਆਂ ਆ, ਗਿਣਤੀ ਕਰਨੀ ਸ਼ੁਰੂ ਹੋ ਜਾਂਦੀ ਹੈ, ਤੇ ਉਹਦੇ ਵਿੱਚ ਫਿਰ ਕੀ ਹੈ ਨਤੀਜਿਆਂ ਦੀ ਘੋਸ਼ਣਾ ਕੀਤੀ ਜਾਂਦੀ ਹੈ। ਚੋਣ ਪ੍ਰਕਿਰਿਆ ਦੇ ਵਿੱਚ ਚੋਣ ਖਰਚੇ ਡਿਸਾਈਡ ਕੀਤੇ ਜਾਂਦੇ ਆ ਵੀ ਕਿਹੜੀ ਪਾਰਟੀ ਵੋਟਾਂ ਦੇ ਵਿੱਚ ਕਿੰਨਾ ਕੁ ਖਰਚਾ ਕਰ ਸਕਦੀ ਹੈ। ਲਾਸਟ ਕੰਮ ਜਿਹੜਾ ਹੈਗਾ ਉਹ ਚੋਣ ਪਟੀਸ਼ਨਸ, ਇਹ ਹਮੇਸ਼ਾ ਹੀ ਹੁੰਦਾ ਆ। ਜਦੋਂ ਵੀ ਕੋਈ ਅਧਿਕਾਰੀ ਕੋਈ ਰਾਜਨੀਤਿਕ ਦਲ ਦਾ ਲੀਡਰ ਹਾਰ ਜਾਂਦਾ ਆ ਤਾਂ ਉਹ ਹਮੇਸ਼ਾ ਇੱਕ ਦੂਜੇ ਦੇ ਬਲੇਮ ਲਾਉਂਦੇ ਆ। ਤਾਂ ਇੱਦਾਂ ਦੀਆਂ ਜੇ ਕਿਸੇ ਦੀ ਕੰਪਲੇਂਟਸ ਹੋਣ, ਕੋਈ ਕਿਸੇ ਨੂੰ ਕੋਈ ਚੋਣਾਂ ਦੇ ਨਤੀਜੇ ਤੋਂ ਸੰਤੁਸ਼ਟ ਨਹੀਂ ਹੈਗਾ, ਤਾਂ ਉਹ ਹਾਈ ਕੋਰਟ ਦੇ ਵਿੱਚ ਆਪਣੀ ਚੋਣ ਪਟੀਸ਼ਨ ਜਿਹੜੀ ਹੈ ਉਹ ਲਾਗੂ ਕਰ ਸਕਦਾ ਆ। ਉਮੀਦ ਹੈ ਬੇਟੇ ਤੁਹਾਨੂੰ ਸਾਰਿਆਂ ਨੂੰ ਮੇਰਾ ਇਹ ਲੈਕਚਰ ਵਧੀਆ ਲੱਗਿਆ ਹੋਊਗਾ। ਜੋ ਜੋ ਗੱਲਾਂ ਦੱਸਣ ਦੀ ਕੋਸ਼ਿਸ਼ ਕੀਤੀ ਆ ਉਹ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਜਾਣ ਤੋਂ ਪਹਿਲੇ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਵੀ ਕੱਲ੍ਹ ਨੂੰ 26 ਨਵੰਬਰ ਨੂੰ ਆਪਣਾ ਜਿਹੜਾ ਆ ਉਹ ਸੰਵਿਧਾਨ ਦਿਵਸ ਮਨਾਇਆ ਜਾਂਦਾ ਆ, ਅਤੇ ਅੱਜ 25 ਹੈ, ਆਪਾਂ ਅੱਜ ਹੀ ਸੰਵਿਧਾਨ ਦਿਵਸ ਮਨਾ ਲੈਂਦੇ ਹਾਂ। ਜਿੱਦਾਂ ਕਿ ਤੁਹਾਨੂੰ ਸਾਰੇ ਹੀ ਤੁਹਾਡੇ ਟੀਚਰਸ ਨੇ ਦੱਸਿਆ ਹੋਊਗਾ ਕਿ ਜਿਹੜਾ ਸੰਵਿਧਾਨ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਹੈ ਉਹ 26 ਨਵੰਬਰ ਨੂੰ ਜਿਹੜਾ ਬਣ ਕੇ ਤਿਆਰ ਹੋ ਗਿਆ ਸੀ 1949 ਦੇ ਵਿੱਚ। ਪਾਰਟੀ ਜਿਹੜੀ ਵੀ ਇਹਦੀ ਇੱਕ ਸਭਾ ਬਣੀ ਸੀਗੀ, ਕੌਂਸਟੀਟਿਊਸ਼ਨ ਅਸੈਂਬਲੀ ਜਿਹੜੀ ਬਣੀ ਸੀ
ਉਹਨਾਂ ਨੇ ਆਪਣੀਆਂ ਜਿਹੜਾ ਬਣਾ ਕੇ ਇਹ ਸੰਵਿਧਾਨ ਉਸ ਵੇਲੇ ਜਮ੍ਹਾਂ ਕਰਾ ਦਿੱਤਾ ਸੀਗਾ। ਉਸ ਤੋਂ ਬਾਅਦ ਸਾਡੇ ਦੇਸ਼ ਦੀ ਸਰਕਾਰਾਂ ਨੇ ਇਹ ਵਾਲਾ ਜਿਹੜਾ ਸਾਡਾ ਸੰਵਿਧਾਨ ਆ ਉਹ ਲਾਗੂ ਕੀਤਾ ਸੀ 26 ਜਨਵਰੀ 1950 ਨੂੰ। ਤਾਂ ਸਾਰਿਆਂ ਨੂੰ ਭਾਰਤੀ ਸੰਵਿਧਾਨ ਦਿਵਸ ਦੀਆਂ, ਨੈਸ਼ਨਲ ਕੌਂਸਟੀਟਿਊਸ਼ਨ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ, ਕਿਉਂਕਿ ਇਹ ਜਿਹੜਾ ਸੰਵਿਧਾਨ ਆ ਇਹਦੇ ਵਿੱਚ ਹੀ ਸਾਨੂੰ ਮੌਲਿਕ ਅਧਿਕਾਰ ਦਿੱਤੇ ਗਏ, ਇਹਦੇ ਵਿੱਚ ਹੀ ਸਾਨੂੰ ਵੋਟਾਂ ਪਾਉਣ ਦਾ ਅਧਿਕਾਰ ਦਿੱਤਾ ਗਿਆ। ਸਾਰਾ ਕੁਛ ਹੀ ਸੰਵਿਧਾਨ ਦੇ ਨਾਲ ਹੀ ਚੱਲ ਰਿਹਾ ਹੈ। ਕੋਈ ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਸਾਡੇ ਦੇਸ਼ ਦੇ ਸੰਵਿਧਾਨ ਦੀ ਦਿਸ਼ਾ ਨਿਰਦੇਸ਼ ਦੇ ਅਧੀਨ ਹੀ ਉਹ ਸਾਰੇ ਆਪਣੇ ਕੰਮ ਕਰਦੇ ਆ। ਦੇਸ਼ ਦਾ ਸੰਵਿਧਾਨ ਬਹੁਤ ਲੰਬਾ ਆ, ਸਾਡਾ 2 ਸਾਲ 11 ਮਹੀਨੇ ਔਰ 18 ਦਿਨ ਲੱਗੇ ਸੀ। ਆਸ ਹੈ ਤੁਸੀਂ ਇਸ ਦਿਨ ਨੂੰ ਯਾਦ ਰੱਖੋਗੇ ਔਰ ਇਹਦੀ ਮਹੱਤਤਾ ਨੂੰ ਸਮਝੋਗੇ। ਤੇ ਕਿਸੇ ਨੂੰ ਵੀ ਮੇਰਾ ਨੰਬਰ ਮੈਂ ਨੀਚੇ ਦਿੱਤਾ ਹੋਇਆ, ਕਿਸੇ ਨੇ ਵੀ ਕੋਈ ਫੀਡਬੈਕ ਦੇਣੀ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ ਇਸ ਫੋਨ ਦੇ ਉੱਤੇ ਰਾਬਤਾ ਕਾਇਮ ਕਰ ਸਕਦੇ ਹੋ ਜੀ। ਧੰਨਵਾਦ।